ਜੇ ਸੁਮੇਧ ਸੈਣੀ ਪੋਲੀਟੀਕਲ ਵੈਂਡੇਟਾ ਦੀ ਪਲੀ ਲੈ ਰਿਹਾ ਕਿ ਕੈਪਟਨ ਗਵਰਨਮੈਂਟ ਨੇ ਉਹਦੇ ਤੇ ਇੱਕ ਵੈਂਡੇਟਾ ਅਨਲੀਸ਼ ਕੀਤਾ ਹੈ, ਤੇ ਸੀਬੀਆਈ ਦਾ ਕੇਸ ਤਾਂ 94 ਦਾ ਹੈ, ਉਹਦਾ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ। ਜਸਟਿਸ ਝਾਂਜੀ ਨੇ ਉਸ ਕੇਸ ਨੂੰ ਸੁਣਦਿਆਂ ਹੋਇਆਂ ਆਬਜ਼ਰਵੇਸ਼ਨਸ ਦਿੱਤੀਆਂ ਕਿਸ ਤਰ੍ਹਾਂ ਉਹਨਾਂ ਨੂੰ ਇੰਟੀਮੀਡੇਟ ਕਰਵਾਇਆ ਸੁਮੇਧ ਸੈਣੀ ਨੇ। ਉਹ ਡਿਟੇਲਸ ਵੀ ਆਨਰੇਬਲ ਹਾਈ ਕੋਰਟ ਨੂੰ ਜਜਮੈਂਟ ਦੇ ਵਿੱਚ ਸਾਈਟਡ ਨੇ, ਪਰ ਆਨਰੇਬਲ ਹਾਈ ਕੋਰਟ ਨੂੰ ਸਟੇਟ ਆਫ ਪੰਜਾਬ ਨੇ ਪੁਆਇੰਟ ਆਊਟ ਨਹੀਂ ਕੀਤੀ। ਜਿਹੜਾ ਸੁਮੇਧ ਸਿੰਘ ਸੈਣੀ ਹਾਈ ਕੋਰਟ ਜੱਜਿਸ ਨੂੰ ਇੰਟੀਮੀਡੇਟ ਕਰ ਰਿਹਾ ਕਿ ਉਹ ਵਿਟਨੈਸਿਸ ਨੂੰ ਇੰਟੀਮੀਡੇਟ ਨਹੀਂ ਕਰੂਗਾ। 6 ਵਾਰੀ ਤਾਂ ਇਹ ਭੱਜ ਲਿਆ ਘਰੋਂ, ਲੱਭਿਆ ਨਹੀਂ ਡਿਸਪਾਈਟ Z+ ਕੈਟਾਗਰੀ, ਸੋ ਐਬਸਕੌਂਡ ਵੀ ਇਹ ਕਰ ਚੁੱਕਿਆ ਹੈ ਔਰ ਅੱਗੇ ਕਰ ਸਕਦਾ ਹੈ। ਜਿਹੜਾ 2018 ਦਾ ਆਰਡਰ ਹੈ ਉਹਦੇ ਵਿੱਚ ਅਤੁਲ ਨੰਦਾ ਐਜ਼ ਐਡਵੋਕੇਟ ਜਨਰਲ ਆਰਗਿਊ ਕਰਕੇ ਆਏ ਸੀ। ਉਸ ਤੋਂ ਬਾਅਦ ਸੁਮੇਧ ਸੈਣੀ ਨੂੰ ਇੰਟਰਿਮ ਮਿਲੀ। ਉਸ ਇੰਟਰਿਮ ਨੂੰ ਕਦੇ ਵੀ ਚੈਲੰਜ ਨਹੀਂ ਕੀਤਾ ਗਿਆ, ਉਹਨੂੰ ਵਿਕੇਟ ਕਰਾਉਣ ਲਈ ਕਦੇ ਟਾਈਮਲੀ ਰਿਪਲਾਈ ਨਹੀਂ ਫਾਈਲ ਕੀਤਾ। ਅੱਜ ਐਡਵੋਕੇਟ ਜਨਰਲ ਸਾਹਿਬ ਅਸੀਂ ਦੇਖ ਰਹੇ ਹਾਂ ਪੇਸ਼ ਹੋਏ ਹੈ ਤੇ ਆਨਰੇਬਲ ਸੁਪਰੀਮ ਕੋਰਟ ਨੇ ਆ ਟਿੱਪਣੀ ਕਰਤੀ। ਇਹ ਟਿੱਪਣੀ ਪਹਿਲਾਂ ਕਿਉਂ ਨਹੀਂ ਹੋ ਸਕੀ? ਕਿਉਂਕਿ ਐਡਵੋਕੇਟ ਜਨਰਲ ਸਾਹਿਬ ਨੇ ਪੇਸ਼ ਨਹੀਂ ਹੋਏ, ਕਦੇ ਫੈਕਟਸ ਕੋਰਟ ਦੇ ਸਾਹਮਣੇ ਨਹੀਂ ਰੱਖੇ ਗਏ। ਸੁਮੇਧ ਸੈਣੀ ਇਜ਼ ਅ ਕ੍ਰਿਮੀਨਲ ਇਨ ਯੂਨੀਫਾਰਮ, ਇੱਕ ਵਰਦੀ ਤੇ ਧੱਬਾ ਹੈ। ਉਹ ਹਰ ਕੋਰਟ ਦੇ ਵਿੱਚ ਆਪਣੀ ਪਲੀ ਬਦਲਦਾ ਹੈ। ਦਿੱਲੀ ਉਹ ਕਹਿੰਦਾ ਮੈਨੂੰ ਸੀਬੀਆਈ ਤੇ ਫੇਥ ਨਹੀਂ ਹੈ, ਪੰਜਾਬ 'ਚ ਆ ਕੇ ਉਹ ਕਹਿੰਦਾ ਮੈਨੂੰ ਪੰਜਾਬ ਪੁਲਿਸ ਤੇ ਫੇਥ ਨਹੀਂ ਹੈ। ਇੱਕ ਸਰਕਾਰ ਦਾ ਇਨਵੈਸਟੀਗੇਸ਼ਨ ਦੇ ਵਿੱਚ ਲੈਪਸ ਔਰ ਕੇਸ ਨੂੰ ਓਵਰ ਹਾਈਪ ਦਬਾ ਦੇਣਾ ਸੁਮੇਧ ਸੈਣੀ ਨੂੰ ਹੀਰੋ ਬਣਾ ਗਿਆ। ਇੱਕ ਵਿਲਨ ਇੱਕ ਸ਼ੋਅ ਕਰ ਗਿਆ ਕਿ ਵੀ ਮੈਂ ਗਲਤ ਕੰਮ ਕਰਕੇ ਵੀ ਆਈ ਕੈਨ ਗੈਟ ਅਵੇ ਵਿਦ ਇਟ। ਉਹਨੂੰ ਬਚਾਉਣ ਲਈ ਆਫਿਸਰਸ ਉਹਦੇ ਨਾਲ ਹੈਗੇ ਹੈ। ਹੁਣ ਉਹ ਕਿਹੜੇ ਆਫਿਸਰਸ ਨੇ, ਕਿਸ ਤਰ੍ਹਾਂ ਉਹਦੀ ਹੈਲਪ ਕਰ ਰਹੇ ਹੈ, ਉਹ ਤਾਂ ਇਹਨਾਂ ਕੇਸਿਸ ਦੀ ਇਨਵੈਸਟੀਗੇਸ਼ਨ 'ਚ ਪਤਾ ਲੱਗ ਰਿਹਾ। ਸੁਮੇਧ ਸੈਣੀ ਦੇ ਖਿਲਾਫ ਪਰਚੇ ਨਹੀਂ ਦਰਜ ਹੋਏ। ਜੇ ਦਰਜ ਹੋਏ ਤਫਤੀਸ਼ ਚੰਗੀ ਨਹੀਂ ਹੋਈ। ਜੇ ਤਫਤੀਸ਼ ਚੰਗੀ ਕਿਤੇ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਇਸ ਤਰ੍ਹਾਂ ਕੀਤੀ ਕਿ ਕੋਰਟ ਵੀ ਕਨਵਿੰਸ ਹੋ ਜਾਏ ਕਿ ਹਾਂ ਇਹ ਤਾਂ ਵੈਂਡੇਟਾ ਹੈ। ਸੁਪਰੀਮ ਕੋਰਟ ਨੇ ਵਿਵਾਦਾਂ 'ਚ ਘਿਰੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਤੇ ਲਾਈ ਗਈ ਰੋਕ ਹਾਈ ਕੋਰਟ ਵੱਲੋਂ ਉਸ ਉੱਤੇ ਸਵਾਲ ਚੱਕੇ ਨੇ। ਕੱਲ ਇਹ ਬੈਂਚ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਦੇ ਅੱਗੇ ਕੇਸ ਲੱਗਿਆ ਹੋਇਆ ਸੀਗਾ। ਉਹਨਾਂ ਨੇ ਉਹਦੇ ਤੇ ਸਖਤ ਟਿੱਪਣੀਆਂ ਕੀਤੀਆਂ ਨੇ। ਸਾਡੇ ਨਾਲ ਨੇ ਐਡਵੋਕੇਟ ਪ੍ਰਦੀਪ ਵਿਰਕ ਜੀ, ਉਹਨਾਂ ਤੋਂ ਜਾਣਦੇ ਹਾਂ ਇਸ ਟਿੱਪਣੀਆਂ ਦੇ ਕੀ ਮਾਇਨੇ ਹੈ, ਕਿੰਨਾ ਕੁ ਵੱਡਾ ਝਟਕਾ ਇਹ ਸੁਮੇਧ ਸਿੰਘ ਸੈਣੀ ਵਾਸਤੇ। ਵਿਰਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਵਿਰਕ ਸਾਹਿਬ, ਕੱਲ ਕੇਸ ਲੱਗਿਆ ਸੁਪਰੀਮ ਕੋਰਟ ਦੇ ਉੱਤੇ ਤੇ ਬਲੈਂਕਟ ਬੇ ਨੂੰ ਲੈ ਕੇ ਖਾਸ ਕਰਕੇ ਉੱਤੇ ਬੜੀ ਸਖਤ ਟਿੱਪਣੀਆਂ ਆਈਆਂ ਚੀਫ ਜਸਟਿਸ ਦੇ ਬੈਂਚ ਵੱਲੋਂ। ਹਾਈ ਕੋਰਟ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਫੈਸਲਾ ਆਇਆ ਸੀ, ਜਜਮੈਂਟ ਆਈ ਸੀ, ਉਸ ਨੂੰ ਲੈ ਕੇ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ, ਕਿਵੇਂ ਦੇਖਦੇ ਹੋ? ਦੇਖੋ ਜੀ, ਇਸ ਆਰਡਰ ਦਾ ਪਹਿਲਾ ਤਾਂ ਇਹ ਹੈ ਕਿ ਸੁਮੇਧ ਸੈਣੀ ਨੂੰ ਬਹੁਤ ਵੱਡਾ ਝਟਕਾ ਹੈ। ਜਿਹੜੀ ਇੱਕ ਬਲੈਂਕਟ ਪ੍ਰੋਟੈਕਸ਼ਨ ਉਹ ਕਰੀਬ 3.5 ਸਾਲ ਤੋਂ ਇੰਜੋਏ ਕਰ ਰਿਹਾ ਸੀ, ਉਹ ਫਾਈਨਲੀ ਆਨਰੇਬਲ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਤੋਂ ਬਾਅਦ 2 ਹਫ਼ਤਿਆਂ ਦੇ ਵਿੱਚ ਡਿਸਾਈਡ ਹੋਣ ਜਾ ਰਹੀ ਹੈ। ਇੱਕ ਬਹੁਤ ਵੱਡੀ, ਇੱਕ ਮੈਂ ਕਹਾਂਗਾ ਜਸਟਿਸ ਦੇ ਵੱਲ ਸਟੈਪ ਚੁੱਕਿਆ ਗਿਆ ਹੈ। ਔਰ ਜੇ ਕੋਈ ਲੀਗਲ ਪੈਰਾਮੀਟਰ ਐਕਸੀਡ ਹੋ ਗਿਆ ਸੀ ਉਹਨੂੰ ਬਲੈਂਕਟ ਪ੍ਰੋਟੈਕਸ਼ਨ ਦਿੰਦਿਆਂ, ਉਸ ਚੀਜ਼ ਨੂੰ ਵੀ ਰਿਸਟ੍ਰੇਨ ਕਰਨ ਦਾ ਆਨਰੇਬਲ ਸੁਪਰੀਮ ਕੋਰਟ ਦਾ ਜਿਹੜੀ ਇੱਕ ਡਾਇਰੈਕਸ਼ਨ ਹੈ ਜਾਂ ਆਬਜ਼ਰਵੇਸ਼ਨ ਹੈ, ਉਹ ਬਹੁਤ ਇੱਕ ਵਧੀਆ ਸਟੈਪ ਹੈ। ਬਿਕੋਜ਼ ਅਲਟੀਮੇਟਲੀ ਇਹ ਚੀਜ਼ਾਂ ਪਬਲਿਕ ਦਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਫੇਥ ਰਿਪੋਜ਼ ਕਰਦੀਆਂ। ਲੇਕਿਨ ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਇੱਕ ਆਸਪੈਕਟ ਹੈ ਜਿਹੜਾ ਸ਼ਾਇਦ ਅਜੇ ਪਬਲਿਕ ਦੇ ਸਾਹਮਣੇ ਨਹੀਂ ਆਇਆ, ਉਹ ਇਹ ਹੈ ਕਿ ਜਜਮੈਂਟ ਦੇ ਵਿੱਚ ਉਹ ਲੀਗਲ ਪੈਰਾਮੀਟਰ ਜ਼ਰੂਰ ਐਕਸੀਡ ਹੋਏ ਆ ਜਿਹੜੇ ਆਨਰੇਬਲ ਸੁਪਰੀਮ ਕੋਰਟ ਨੇ ਪੁਆਇੰਟ ਆਊਟ ਕੀਤਾ ਹੈ ਕਿ ਜਿਹੜੇ ਬੰਦੇ ਨੇ ਆਫੈਂਸਿਸ ਕਮਿਟ ਹੀ ਨਹੀਂ ਕੀਤੇ, ਉਹ ਆਫੈਂਸਿਸ ਤੇ ਉਹਨੂੰ ਬਲੈਂਕਟ ਪ੍ਰੋਟੈਕਸ਼ਨ ਕਿਵੇਂ ਮਿਲ ਗਈ। ਔਰ ਇਹ ਮੇਜਰ ਇੱਕ ਮੈਂ ਕਹਾਂਗਾ ਲੀਗਲ ਪੈਰਾਮੀਟਰ ਕ੍ਰਾਸ ਕੀਤਾ ਗਿਆ ਸੀ। ਉਸ ਤੋਂ ਇਲਾਵਾ ਜੇ ਅਸੀਂ ਦੇਖੀਏ ਇਸ ਜਜਮੈਂਟ ਦੇ ਵਿੱਚ ਜਿਹਨੂੰ ਚੈਲੰਜ ਕੀਤਾ ਗਿਆ 10 ਸਪਟੈਂਬਰ 2021 ਦਾ ਆਰਡਰ ਹੈ, ਇਹਦੇ ਵਿੱਚ ਬੇਸਿਕਲੀ 3 ਆਰਡਰਸ ਚੈਲੰਜ ਕੀਤੇ ਗਏ ਸੀ। ਇੱਕ ਅਕਤੂਬਰ 2018 ਦਾ ਆਰਡਰ ਹੈ ਜਿਹਦੇ ਵਿੱਚ ਸੈਣੀ ਨੂੰ ਪਹਿਲੀ ਵਾਰੀ ਬਲੈਂਕਟ ਬੇਲ ਦਿੱਤੀ ਗਈ। ਇੱਕ 2020 ਦਾ ਆਰਡਰ ਹੈ ਔਰ ਤੀਜਾ ਆਰਡਰ 10 ਸਪਟੈਂਬਰ 2021 ਦਾ ਹੈ ਜਿਹਦੇ ਵਿੱਚ ਇਹਨੂੰ ਫਿਊਚਰ ਆਫੈਂਸਿਸ ਲਈ ਵੀ ਬਲੈਂਕਟ ਪ੍ਰੋਟੈਕਸ਼ਨ ਦਿੱਤੀ ਗਈ। ਇਹਦੇ 'ਚ ਤੁਸੀਂ ਦੇਖੋਗੇ ਇਸ ਆਰਡਰ ਦੇ ਵਿੱਚ ਇੱਕ ਬੜੀ ਸੋਹਣੀ ਗੱਲ ਆਈ ਹੈ ਕਿ ਪੰਜਾਬ ਗਵਰਨਮੈਂਟ ਨੇ ਕਿਤੇ ਵੀ ਸੁਮੇਧ ਸੈਣੀ ਦੇ ਕ੍ਰੈਡੈਂਸ਼ੀਅਲਸ ਹੀ ਨਹੀਂ ਦੱਸੇ। ਜਦੋਂ ਵੀ ਅਸੀਂ ਕੋਈ ਬਲੈਂਕਟ ਬੇਲ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਕੁਝ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਸਾਨੂੰ ਅਸੀਂ ਚਾਹੀਏ ਜਾਂ ਨਾ ਚਾਹੀਏ ਰੈਫਰ ਕਰਨਾ ਹੀ ਪੈਂਦਾ ਹੈ। ਕੇਸ ਹੀ ਉਹਦੇ ਤੇ ਬੇਸਡ ਹੁੰਦਾ ਹੈ। ਉਹਦੇ ਵਿੱਚ ਇਹ ਹੁੰਦਾ ਹੈ ਕਿ ਐਂਟੀਸੀਡੈਂਟਸ ਜਾਂ ਬੈਕਗਰਾਊਂਡ ਕੀ ਹੈ ਉਸ ਬੰਦੇ ਦੀ, ਉਹਦੇ ਖਿਲਾਫ ਕੋਈ ਹੋਰ ਕੇਸ ਤਾਂ ਨਹੀਂ ਜਿਹੜਾ ਅਕਿਊਜ਼ਡ ਹੈ, ਉਹਦੀ ਗੱਲ ਕਰ ਰਹੇ ਹਾਂ। ਦੂਜਾ, ਉਹ ਕਿਤੇ ਅਬਸਕੌਂਡ ਤਾਂ ਨਹੀਂ ਕਰ ਜਾਊਗਾ। ਤੀਜੀ ਗੱਲ ਕਿ
ਉਹ ਵਿਟਨੈਸਸ ਨੂੰ ਇੰਟੀਮੀਡੇਟ ਤਾਂ ਨਹੀਂ ਕਰੂਗਾ ਜਾਂ ਐਵੀਡੈਂਸ ਟੈਂਪਰ ਵਿਦ ਤਾਂ ਨਹੀਂ ਕਰੂਗਾ। ਹੁਣ ਜੇ ਆਹ ਚਾਰ ਕੰਡੀਸ਼ਨਸ ਅਸੀਂ ਸੁਮੇਧ ਸੈਣੀ ਤੇ ਅਪਲਾਈ ਕਰੀਏ ਤੇ ਪੰਜਾਬ ਗਵਰਨਮੈਂਟ ਵਾਸ ਡਿਊਟੀ ਬਾਉਂਡ ਟੂ ਇਨਫੋਰਮ ਦ ਕੋਰਟ ਕਿ ਜੀ ਸੁਮੇਧ ਸੈਣੀ ਦੇ ਖਿਲਾਫ ਇੱਕ ਦਿੱਲੀ ਦੇ ਵਿੱਚ ਕੇਸ ਚੱਲ ਰਿਹਾ ਜਿਹਦੇ ਵਿੱਚ CBI ਉਹਨੂੰ ਪ੍ਰੋਸੀਕਿਊਟ ਕਰ ਰਹੀ ਹੈ ਫॉर ਕਿਲਿੰਗ ਐਨ ਇਨੋਸੈਂਟ ਹਿੰਦੂ ਫੈਮਿਲੀ ਫॉर ਪਰਸਨਲ ਵੈਂਡੇਟਾ। ਮਤਲਬ ਸੁਮੇਧ ਸੈਣੀ ਨੇ ਆਪਣੀ ਪਰਸਨਲ ਰੰਜਿਸ਼ ਲਈ ਉਸ ਫੈਮਿਲੀ ਨੂੰ ਮਾਰਿਆ, ਇਹ CBI ਦਾ ਕੇਸ ਹੈ। ਦੂਜਾ, ਜਸਟਿਸ ਝਾਂਜੀ ਨੇ ਉਸ ਕੇਸ ਨੂੰ ਸੁਣਦਿਆਂ ਹੋਇਆਂ ਆਬਜ਼ਰਵੇਸ਼ਨਸ ਦਿੱਤੀਆਂ ਕਿਸ ਤਰ੍ਹਾਂ ਉਹਨਾਂ ਨੂੰ ਇੰਟੀਮੀਡੇਟ ਕਰਵਾਇਆ ਸੁਮੇਧ ਸੈਣੀ ਨੇ। ਉਹ ਡਿਟੇਲਸ ਵੀ ਆਨਰੇਬਲ ਹਾਈ ਕੋਰਟ ਨੂੰ ਜਜਮੈਂਟ ਦੇ ਵਿੱਚ ਸਾਈਟਡ ਨੇ, ਪਰ ਆਨਰੇਬਲ ਹਾਈ ਕੋਰਟ ਨੂੰ ਸਟੇਟ ਆਫ ਪੰਜਾਬ ਨੇ ਪੁਆਇੰਟ ਆਊਟ ਨਹੀਂ ਕੀਤੀ ਕਿ ਜਿੱਥੇ ਸੁਮੇਧ ਸਿੰਘ ਸੈਣੀ ਤੀਜੀ ਗੱਲ, ਜਸਟਿਸ ਤੀਰਥ ਸਿੰਘ ਠਾਕੁਰ ਦੀ ਇੱਕ ਲੈਟਰ ਸੀ ਰਿਗਾਰਡਿੰਗ ਇਲੀਗਲ ਫੋਨ ਟੈਪਿੰਗ ਇਸ਼ੂ ਆਫ ਹਾਈ ਕੋਰਟ ਜੱਜਸ, ਜਿਹਦੇ ਵਿੱਚ ਸੁਮੇਧ ਸੈਣੀ ਨੂੰ ਇੰਡਾਈਟ ਕੀਤਾ ਗਿਆ ਸੀ। ਹੁਣ ਜਿਹੜਾ ਸੁਮੇਧ ਸਿੰਘ ਸੈਣੀ ਹਾਈ ਕੋਰਟ ਜੱਜਸ ਨੂੰ ਇੰਟੀਮੀਡੇਟ ਕਰ ਰਿਹਾ ਹੈ, ਕਿ ਉਹ ਵਿਟਨੈਸਸ ਨੂੰ ਇੰਟੀਮੀਡੇਟ ਨਹੀਂ ਕਰੂਗਾ? ਜੇ ਸੁਮੇਧ ਸੈਣੀ ਪੋਲੀਟੀਕਲ ਵੈਂਡੇਟਾ ਦੀ ਪਲੀ ਲੈ ਰਿਹਾ ਕਿ ਕੈਪਟਨ ਗਵਰਨਮੈਂਟ ਨੇ ਉਹਦੇ ਤੇ ਇੱਕ ਵੈਂਡੇਟਾ ਅਨਲੀਸ਼ ਕੀਤਾ ਹੈ, ਤੇ CBI ਦਾ ਕੇਸ ਤਾਂ 94 ਦਾ ਹੈ, ਉਹਦਾ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ। ਸੋ ਸੁਮੇਧ ਸੈਣੀ ਦੀ ਉਹ ਪਲੀ ਉੱਥੇ ਹੀ ਉੱਡ ਜਾਂਦੀ। ਐਬਸਕੌਂਡ ਕਰਨ ਦਾ ਹੈ, 6 ਵਾਰੀ ਤਾਂ ਇਹ ਭੱਜ ਲਿਆ ਘਰੋਂ, ਲੱਭਿਆ ਨਹੀਂ ਡਿਸਪਾਈਟ Z+ ਕੈਟਾਗਰੀ। ਸੋ ਐਬਸਕੌਂਡ ਵੀ ਇਹ ਕਰ ਚੁੱਕਿਆ ਹੈ ਔਰ ਅੱਗੇ ਕਰ ਸਕਦਾ ਹੈ। ਸੋ ਇਹ ਪਲੀਜ਼ ਤਾਂ ਕਦੇ ਕੋਰਟ ਦੇ ਸਾਹਮਣੇ ਰੱਖੀਆਂ ਹੀ ਨਹੀਂ ਗਈਆਂ। ਰੱਖਣੀਆਂ ਪੰਜਾਬ ਸਰਕਾਰ ਨੇ ਸੀਗੀਆਂ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਰੱਖਣੀਆਂ ਸੀ ਐਂਟੀਸੀਡੈਂਟਸ ਸ਼ੋ ਕਰਨ ਲਈ। ਉਹ ਐਂਟੀਸੀਡੈਂਟਸ ਨਹੀਂ ਸ਼ੋ ਹੋਏ। 2018 ਚ ਪਹਿਲੀ ਵਾਰੀ ਇੰਟਰਮ ਮਿਲਿਆ ਸੀ ਇਹਨੂੰ। ਉਸ ਤੋਂ ਬਾਅਦ ਸਰਕਾਰ ਨੇ 2-3 ਵਾਰੀ ਡੇਟ ਲੈ ਲਈ ਰਿਪਲਾਈ ਫਾਈਲ ਕਰਨ ਲਈ। ਜਦੋਂ ਰਿਪਲਾਈ ਫਾਈਲ ਹੋਈ, ਆਰਗੂਮੈਂਟਸ ਤੇ ਡੇਟਸ ਗਈਆਂ। ਉਹਦੇ ਤੋਂ ਲੈ ਕੇ ਅੱਜ ਤੱਕ ਇਹ ਕੇਸ ਡਿਸਾਈਡ ਹੀ ਨਹੀਂ ਹੋ ਰਿਹਾ ਸੀ। ਇਹ ਕੈਪਟਨ ਅਮਰਿੰਦਰ ਸਿੰਘ ਜਦੋਂ CM ਸੀਗੇ ਤੇ AG ਅਤੁਲ ਨੰਦਾ ਸੀ, ਉਦੋਂ ਦੀ ਗੱਲ ਹੈ। ਜਿਹੜਾ 2018 ਦਾ ਆਰਡਰ ਹੈ ਉਹਦੇ ਵਿੱਚ ਅਤੁਲ ਨੰਦਾ ਐਜ਼ ਐਡਵੋਕੇਟ ਜਨਰਲ ਆਰਗਿਊ ਕਰਕੇ ਆਏ ਸੀ। ਉਸ ਤੋਂ ਬਾਅਦ ਸੁਮੇਧ ਸੈਣੀ ਨੂੰ ਇੰਟਰਮ ਮਿਲੀ। ਉਸ ਇੰਟਰਮ ਨੂੰ ਕਦੇ ਵੀ ਚੈਲੰਜ ਨਹੀਂ ਕੀਤਾ ਗਿਆ। ਉਹਨੂੰ ਵਿਕੇਟ ਕਰਾਉਣ ਲਈ ਕਦੇ ਟਾਈਮਲੀ ਰਿਪਲਾਈ ਨਹੀਂ ਫਾਈਲ ਹੋਈ। ਇਹ ਗੱਲ ਤੁਹਾਡੇ ਦਰਸ਼ਕ ਹਾਈ ਕੋਰਟ ਦੀ ਵੈਬਸਾਈਟ ਦੇ ਉੱਤੇ ਚੈੱਕ ਕਰ ਸਕਦੇ ਆ। ਉਹਦੇ ਉੱਤੇ ਸਾਰੇ ਇੰਟਰਮ ਆਰਡਰਸ ਹੁੰਦੇ ਆ। ਸੋ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਜਿਹੜੀ ਆ ਬਲੈਂਕੇਟ ਬੇਲ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ, ਉਹਦੇ ਵਿੱਚ 2018 ਅਕਤੂਬਰ 2018 ਦੇ ਵਿੱਚ ਕੀ ਆਰਡਰ ਹੋਇਆ ਸੀ ਔਰ ਅਗਲੀ ਤਰੀਕ ਦੇ ਉੱਤੇ ਸਰਕਾਰ ਨੇ ਰਿਪਲਾਈ ਫਾਈਲ ਕੀਤਾ ਕਿ ਨਹੀਂ। ਉਸ ਤੋਂ ਅਗਲੀ ਤਰੀਕ ਤੇ ਐਡਜਰਨਮੈਂਟ ਕਿਉਂ ਹੋਈ, ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ। ਔਰ ਉਸ ਤੋਂ ਬਾਅਦ ਇੱਕ ਵਾਰੀ ਮਿਸਟਰ ਅਤੁਲ ਨੰਦਾ ਪੇਸ਼ ਹੋਏ, ਉਸ ਤੋਂ ਬਾਅਦ ਇਹ ਕਦੇ ਪੇਸ਼ ਨਹੀਂ ਹੋਏ। ਫਿਰ ਜਦੋਂ ਗਵਰਨਮੈਂਟ ਵੀ ਚੇਂਜ ਹੋ ਗਈ, ਹਾਲਾਂਕਿ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਹੋ, ਤਿੰਨੋਂ ਜਿਹੜੇ ਆਰਡਰਸ ਨੇ ਉਹ ਕੈਪਟਨ ਅਮਰਿੰਦਰ ਸਿੰਘ ਜਦੋਂ CM ਸੀ ਉਦੋਂ ਦੇ ਆ, ਮਤਲਬ ਮਿਸਟਰ ਅਤੁਲ ਨੰਦਾ ਵਾਸ ਦੀ ਐਡਵੋਕੇਟ ਜਨਰਲ। ਸੋ ਉਹਨਾਂ ਨੇ ਕਿਉਂ ਚੈਲੰਜ ਨਹੀਂ ਕੀਤਾ ਇਹ ਤਾਂ ਉਹ ਦੱਸ ਸਕਦੇ ਆ। ਉਸ ਤੋਂ ਬਾਅਦ ਐਡਵੋਕੇਟ ਜਨਰਲ ਜਿਹੜੇ ਸੀ ਉਹ ਪੇਸ਼ ਹੀ ਨਹੀਂ ਹੋ ਸਕਦੇ ਸੀ ਬਿਕੋਜ਼ ਕਾਂਗਰਸ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹ ਲਗਾਤਾਰ ਇਹ ਸਵਾਲ ਚੱਕਦੇ ਰਹੇ ਹੈ। ਬਟ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਇਹ ਗੱਲ ਹੀ ਕਹੀ ਹੈ ਵੀ ਮੈਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਗਿਆ ਤੇ ਲਾਅ ਇਟਸ ਟੇਕਿੰਗ ਇਟਸ ਓਨ ਕੋਰਸ ਵੀ ਉੱਥੇ ਹੋ ਰਿਹਾ। ਬਟ ਜੇ ਪੇਸ਼ ਨਹੀਂ ਹੋ ਰਹੇ, ਉਹ ਵਕੀਲ ਹੀ ਨਹੀਂ ਪੇਸ਼ ਹੋ ਰਹੇ, ਅੱਗੇ ਗੱਲ ਨਹੀਂ ਵੱਧ ਰਹੀ ਹੈਗੀ, ਤਾਂ ਕਿਤੇ ਨਾ ਕਿਤੇ ਤਾਂ ਸਵਾਲ ਖੜੇ ਹੋ ਰਹੇ ਜਿਹੜੇ ਵਾਜਬ ਨੇ। ਸਰ ਜੇ ਮਿਸਟਰ ਨੰਦਾ ਨਹੀਂ ਪੇਸ਼ ਹੋਏ, ਉਹਨਾਂ ਨੇ ਦਿੱਲੀ ਤੋਂ ਲਾਇਰਸ ਲਿਆ ਕੇ ਪੇਸ਼ ਕਰਾਤੇ, ਪਬਲਿਕ ਐਕਸਚੇਕਰ ਦੀ ਵੱਲੋਂ ਉਹਨਾਂ ਨੂੰ ਹੈਵੀ ਪੇਮੈਂਟਸ ਹੋ ਗਈਆਂ, ਤੇ ਅਕਾਊਂਟੇਬਿਲਿਟੀ ਕਿਹਦੀ ਹੈ ਜੇ ਇੰਨੀ ਦੇਰ ਦੇ ਵਿੱਚ ਵੀ ਉਹ ਕੇਸ ਡਿਸਾਈਡ ਨਹੀਂ ਹੋਇਆ। ਅੱਜ ਐਡਵੋਕੇਟ ਜਨਰਲ ਸਾਹਿਬ ਅਸੀਂ ਦੇਖ ਰਹੇ ਹਾਂ ਪੇਸ਼ ਹੋਏ ਆ ਤੇ ਆਨਰੇਬਲ ਸੁਪਰੀਮ ਕੋਰਟ ਨੇ ਆ ਟਿੱਪਣੀ ਕਰਤੀ। ਇਹ ਟਿੱਪਣੀ ਪਹਿਲਾਂ ਕਿਉਂ ਨਹੀਂ ਹੋ ਸਕੀ? ਕਿਉਂਕਿ ਐਡਵੋਕੇਟ ਜਨਰਲ ਸਾਹਿਬ ਨੇ ਪੇਸ਼ ਨਹੀਂ ਹੋਏ, ਕਦੇ ਫੈਕਟਸ ਕੋਰਟ ਦੇ ਸਾਹਮਣੇ ਨਹੀਂ ਰੱਖੇ ਗਏ। ਦੂਜੀ ਗੱਲ, ਜਿੱਥੇ ਤੱਕ ਸੁਮੇਧ ਸੈਣੀ ਦਾ ਸਵਾਲ ਹੈ, ਮੈਂ ਉਸ ਚੀਜ਼ ਨੂੰ ਕਿਤੇ ਵੀ ਪੋਲੀਟੀਕਲ ਚੀਜ਼ਾਂ ਨਾਲ ਲਿੰਕ ਨਹੀਂ ਕਰਦਾ। ਸੁਮੇਧ ਸੈਣੀ ਇਜ਼ ਅ ਕ੍ਰਿਮੀਨਲ ਇਨ ਯੂਨੀਫਾਰਮ, ਇੱਕ ਵਰਦੀ ਤੇ ਧੱਬਾ ਹੈ। ਸੋ ਜਿਹੜੇ ਇਹੋ ਜਿਹੇ ਆਫੀਸਰਸ ਹੁੰਦੇ ਆ, ਉਹ ਪੋਲੀਟੀਕਲ ਵੈਂਡੇਟਾ ਜਾਂ ਆਪਣੇ ਆਪ ਨੂੰ ਸਹੀ ਸ਼ੋਅ ਕਰਨ ਦੇ ਲਈ ਇਹੋ ਜਿਹੇ ਝੂਠੇ ਕਲੇਮਸ ਰੇਜ਼ ਕਰਦੇ ਆ, ਇਹੋ ਜਿਹਾ ਡਿਫੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਸੱਚਾਈ ਕੋਰਟ ਦੇ ਸਾਹਮਣੇ ਰੱਖਣਾ ਪ੍ਰੋਸੀਕਿਊਸ਼ਨ ਦਾ, ਸਟੇਟ ਦਾ ਕੰਮ ਹੁੰਦਾ, ਜੋ ਇਸ ਕੇਸ 'ਚ ਨਹੀਂ ਹੋਇਆ ਸੀ। ਹੁਣ ਉਹ ਕਿਉਂ ਨਹੀਂ ਹੋਇਆ, ਉਹਨੂੰ ਅਸੀਂ ਪੋਲੀਟੀਕਲ ਕਲਰ ਨਹੀਂ ਦੇ ਸਕਦੇ। ਮੈਂ ਐਜ਼ ਅ ਲਾਇਰ ਫੀਲ ਕਰਦਾ ਕਿ ਸੁਮੇਧ ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਦਿਵਾਉਣਾ ਸਾਡਾ ਫਰਜ਼ ਹੈ, ਸਾਡਾ ਧਰਮ ਹੈ। ਔਰ ਸਟੇਟ ਵੱਲੋਂ ਇਹ ਲੈਪਸ ਕਿਉਂ ਰਿਹਾ ਜਾਂ ਕਿਹਨੇ ਕੀਤਾ ਜਾਂ ਉਹਨੂੰ ਪੋਲੀਟੀਕਲ ਕਲਰ ਦੇਣਾ ਠੀਕ ਨਹੀਂ ਹੋਊਗਾ। ਵਾਟ ਮੈਟਰਸ ਇਜ਼ ਕਿ ਜੇ ਇਹੋ ਜਿਹੇ ਕੇਸਿਸ ਨੂੰ ਅੰਜਾਮ ਤੱਕ ਨਹੀਂ ਲੈ ਕੇ ਜਾਂਦੀ ਕਦੇ ਵੀ ਗਵਰਨਮੈਂਟ, ਸੋ ਇਟ ਇਜ਼ ਅ ਬਿਗ ਫੇਲਿਅਰ ਔਨ ਦ ਪਾਰਟ ਆਫ ਦ ਗਵਰਨਮੈਂਟ। ਔਰ ਕਿਤੇ ਨਾ ਕਿਤੇ ਉਹ ਆਪਣੀ ਸੋਸਾਇਟੀ ਦੇ ਵਿੱਚ ਉਸ ਚੀਜ਼ ਦਾ ਇੱਕ ਬੜਾ ਨੈਗੇਟਿਵ ਇੰਪੈਕਟ ਜਾਂਦਾ ਹੈ। ਇਨਜਸਟਿਸ ਐਨੀਵੇਅਰ ਇਜ਼ ਅ ਥ੍ਰੈਟ ਟੂ ਜਸਟਿਸ ਐਵਰੀਵੇਅਰ। ਇਸ ਗੱਲ ਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਉਸ ਇਨਜਸਟਿਸ ਦੀ ਰੀਪਰਕਸ਼ਨਸ ਬਹੁਤ ਦੂਰ ਤੱਕ ਜਾਂਦੀਆਂ।
ਵਿਰਕ ਸਾਹਿਬ, ਜਿਸ ਤਰ੍ਹਾਂ ਦੀ ਕੱਲ ਟਿੱਪਣੀ ਕੀਤੀ ਗਈ ਹੈ ਬੈਂਚ ਵੱਲੋਂ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਵੱਲੋਂ, ਸਾਰੀ ਜਿਹੜੀ ਗੱਲ ਹੈਗੀ ਉਹਨਾਂ ਨੇ ਕਿਹਾ ਵੀ ਜਿਹੜੇ ਹਜੇ ਤੱਕ ਪਰਚੇ ਵੀ ਨਹੀਂ ਦਰਜ ਹੋਏ ਉਹਦੇ ਵਾਸਤੇ ਵੀ ਤੁਸੀਂ ਪ੍ਰੋਟੈਕਸ਼ਨ ਦੇ ਦਿੱਤੀ ਹੈ ਵੀ ਉਹਦੇ 'ਚ ਵੀ ਅਰੈਸਟ ਨਹੀਂ ਹੋ ਸਕਦੀ ਹੈਗੀ, ਤਾਂ ਕਿੰਨਾ ਕੁ ਵੱਡਾ ਸਵਾਲ ਖੜਾ ਕਰਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਤੇ ਉਹਨਾਂ ਨੇ ਕਿਹਾ ਵੀ ਕੇਸ ਵੀ ਬਦਲ ਦਿੱਤਾ ਜਾਵੇ, ਤਬਾਦਲਾ ਕਰ ਦਿੱਤਾ ਜਾਵੇ ਕੇਸ ਦਾ। ਸਰ ਉਹੀ ਗੱਲ ਮੈਂ ਕਹਿ ਰਿਹਾ ਕਿ ਇੱਕ ਜੱਜ ਦੇ ਆਰਡਰ ਨੂੰ ਤੁਸੀਂ ਅਕਸਰ ਵੇਖੋਗੇ, ਇੱਕ ਜੱਜ ਸਾਹਿਬ ਬੇਲ ਰਿਜੈਕਟ ਕਰ ਦਿੰਦੇ ਹੈ, ਉਹੀ ਬੇਲ ਨੂੰ ਜਦੋਂ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ ਹੈ ਜਾਂ ਹਾਈ ਕੋਰਟ ਰਿਜੈਕਟ ਕਰਦੀ ਹੈ ਤਾਂ ਸੁਪਰੀਮ ਕੋਰਟ ਚੈਲੰਜ ਕੀਤਾ ਜਾਂਦਾ ਹੈ ਤੇ ਉਹ ਬੇਲ ਗ੍ਰਾਂਟ ਹੋ ਜਾਂਦੀ ਹੈ। ਹੁਣ ਫੋਰ ਐਗਜ਼ਾਮਪਲ ਸੈਣੀ ਦੀ ਐਂਟੀਸਪੇਟਰੀ ਬੇਲ ਮੁਲਤਾਨੀ ਕੇਸ ਦੇ ਵਿੱਚ ਲੋਅਰ ਕੋਰਟ 'ਚ ਰਿਜੈਕਟ ਹੋਈ, ਹਾਈ ਕੋਰਟ 'ਚ ਰਿਜੈਕਟ ਹੋਈ, ਪਰ ਆਨਰੇਬਲ ਸੁਪਰੀਮ ਕੋਰਟ ਨੇ ਦੇਤੀ। ਸੋ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਕੰਸੀਡਰ ਕਰੀਏ, ਇੱਕ ਲੀਗਲ ਪੈਰਾਮੀਟਰ ਡੈਫੀਨੇਟਲੀ ਐਕਸੀਡ ਹੋਇਆ ਸੀ। ਉਸ ਲੀਗਲ ਪੈਰਾਮੀਟਰ ਨੂੰ ਦੇ ਵਿੱਚ ਵਾਪਸ ਰਿਸਟ੍ਰੇਨ ਕਰਕੇ, ਲੀਗਲ ਰਿਸਟ੍ਰੇਂਟ ਕ੍ਰੀਏਟ ਕਰਕੇ ਕਿ ਤੁਸੀਂ ਇੰਨਾ ਬਲੇਟੈਂਟ ਇੱਕ ਪ੍ਰੋਟੈਕਸ਼ਨ ਨਹੀਂ ਦੇ ਸਕਦੇ, ਉਹ ਆਰਡਰ ਆਨਰੇਬਲ ਸੁਪਰੀਮ ਕੋਰਟ ਨੇ ਬਹੁਤ ਸੋਹਣਾ ਕੀਤਾ ਹੈ। ਲੇਕਿਨ ਮੈਂ ਫਿਰ ਉਹੀ ਚੀਜ਼ ਕਹਾਂਗਾ ਕਿ ਜੇ ਆਨਰੇਬਲ ਕੋਰਟ ਨੇ ਆਪਣੀ ਜੂਰਿਸਡਿਕਸ਼ਨ ਐਕਸੀਡ ਕੀਤੀ, ਉਹਨੂੰ ਚੈਲੰਜ ਇਮੀਡੀਏਟਲੀ ਕਰਨਾ ਬਣਦਾ ਸੀ। ਇਹ SLP 24 ਦਸੰਬਰ ਨੂੰ ਫਾਈਲ ਹੋਈ ਹੈ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ। ਤੁਸੀਂ ਇਹ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਔਰ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਲਿਸਟ ਹੀ 4 ਮਾਰਚ ਨੂੰ ਹੋਈ ਹੈ। ਹੁਣ ਇੰਨੀ ਡਿਲੇ ਲਿਸਟਿੰਗ ਦੇ ਵਿੱਚ ਕਿਉਂ ਹੋਈ ਹੈ ਤਾਂ ਗਵਰਨਮੈਂਟ ਹੀ ਦੱਸ ਸਕਦੀ ਹੈ। ਬਟ ਦ ਪੁਆਇੰਟ ਇਜ਼ ਕਿ ਜਦੋਂ ਕੋਈ ਵੀ ਆਰਡਰ ਇਹੋ ਜਿਹਾ ਆਉਂਦਾ ਹੈ ਜਿਹਦੇ ਵਿੱਚ ਲੀਗਲ ਪੈਰਾਮੀਟਰ ਐਕਸੀਡ ਕੀਤੇ ਜਾਂਦੇ ਹੈ, ਤੇ ਇੱਕ ਇੰਪੋਰਟੈਂਟ ਚੀਜ਼ ਇੱਕ ਰਿਕੁਆਇਰਮੈਂਟ ਜ਼ਰੂਰੀ ਇਹ ਹੁੰਦੀ ਹੈ ਕਿ ਉਹਨੂੰ ਇਮੀਡੀਏਟਲੀ ਚੈਲੰਜ ਕੀਤਾ ਜਾਵੇ। ਸੈਣੀ ਦੀ ਐਂਟੀਸਪੇਟਰੀ ਬੇਲ ਰਿਜੈਕਟ ਹੋਈ ਤੇ ਸੁਮੇਧ ਸੈਣੀ ਨੇ ਇਮੀਡੀਏਟਲੀ ਚੈਲੰਜ ਕੀਤਾ ਆਨਰੇਬਲ ਸੁਪਰੀਮ ਕੋਰਟ ਨੂੰ। ਇੱਥੇ ਸਪਟੈਂਬਰ ਦਾ ਆਰਡਰ ਹੈ, 4 ਮਾਰਚ ਨੂੰ ਉਹਦੀ ਹੀਅਰਿੰਗ ਹੋ ਰਹੀ ਹੈ। 6 ਮਹੀਨੇ ਸੁਮੇਧ ਸੈਣੀ ਇੱਕ ਬਲੈਂਕਟ ਪ੍ਰੋਟੈਕਸ਼ਨ ਇੰਜੋਏ ਕਰ ਗਿਆ। ਸੋ ਉਹ ਡਿਲੇ ਦੇ ਲਈ ਕੌਣ ਅਕਾਊਂਟੇਬਲ ਹੈ? ਕਿਤੇ ਨਾ ਕਿਤੇ ਉਹ ਸਾਡਾ ਮੇਜਰ ਲੈਪਸ ਹੈ ਜਿਹਦੇ ਵਿੱਚ ਅਸੀਂ ਗਲਤ ਲੋਕਾਂ ਨੂੰ ਇੱਕ ਰਿਲੀਫ ਲੈਣ ਦੇ ਰਹੇ ਹਾਂ। ਸੋ ਇਸ ਕਰਕੇ ਮੈਂ ਉਹੀ ਚੀਜ਼ ਫੀਲ ਕਰਦਾ ਕਿ ਜਿੱਥੇ ਕੋਰਟ ਨੇ ਆਪਣੀ ਅਥਾਰਟੀ ਐਕਸੀਡ ਕੀਤੀ ਸੀ ਇੱਕ ਟੋਟਲ ਬਲੈਂਕਟ ਪ੍ਰੋਟੈਕਸ਼ਨ ਦੇਣ ਦੀ, ਔਰ ਉਹ ਵੀ ਤਾਂ ਸ਼ਾਇਦ ਹੋ ਗਈ ਬਿਕੋਜ਼ ਸਰਕਾਰ ਵੱਲੋਂ ਫੈਕਟਸ ਨਹੀਂ ਪ੍ਰੈਜ਼ੈਂਟ ਕੀਤੇ ਗਏ ਕਿ ਸੁਮੇਧ ਸੈਣੀ ਦੇ ਐਂਟੀਸੀਡੈਂਟਸ ਕੀ ਹੈ। ਸੋ ਉਸ ਚੀਜ਼ ਨੂੰ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਗਲਤ ਹੈ ਔਰ 2 ਹਫ਼ਤਿਆਂ ਡਿਸਾਈਡ ਕਰੋ। ਔਰ ਮੈਂ ਆਪ ਵੀ ਫੀਲ ਕਰਦਾ ਕਿ ਜੇ ਆਨਰੇਬਲ ਕੋਰਟ ਨੂੰ ਕਦੇ ਲੱਗਦਾ ਹੁੰਦਾ ਤਾਂ ਇੱਕ ਪਾਸੇ ਕਰਕੇ ਚੀਜ਼ ਮੁਕਾ ਦਿਓ। 3.5 ਸਾਲ ਤੋਂ ਬਲੈਂਕਟ ਬੇਲ ਨੂੰ ਪੈਂਡਿੰਗ ਰੱਖਣ ਦੀ ਕੋਈ ਰਿਕੁਆਇਰਮੈਂਟ ਨਹੀਂ ਸੀ, ਪਰ ਉਹ ਚੀਜ਼ਾਂ ਜਿੱਥੇ ਵੀ ਹੋਈਆਂ ਸਰਕਾਰ ਦੀ ਕੰਸੈਂਟ ਨਾਲ ਹੋਈਆਂ। ਗੱਲ ਆ ਹੁੰਦੀ ਹੈ। ਹੁਣ ਜਿਹੜਾ ਉਹਨਾਂ ਦੇ ਕੇਸ ਚੱਲ ਰਹੇ ਸੀ ਜਿਸ ਤੇ ਪ੍ਰੋਟੈਕਸ਼ਨ ਮਿਲੀ ਹੋਈ ਸੀ, ਤਾਂ ਉਹਦੇ 'ਚ ਗ੍ਰਿਫਤਾਰੀਆਂ ਹੋ ਸਕਦੀਆਂ, ਫਿਰ ਤੋਂ ਕੁਐਸਚਨਿੰਗ ਹੋ ਸਕਦੀ ਹੈ, ਉਹ ਗੱਲ ਕਿੱਥੇ ਖੜੀ ਹੈ? ਸਰ ਇੱਥੇ ਸਿਰਫ ਗ੍ਰਿਫਤਾਰੀਆਂ ਦੀ ਗੱਲ ਨਹੀਂ ਹੈ। ਸੁਮੇਧ ਸੈਣੀ ਸ਼ੋਅ ਕਰ ਰਿਹਾ ਹੈ ਕਿ ਵੈਂਡੇਟਾ ਹੈ, ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਦੀ ਟੈਨਿਓਰ ਦੇ ਵਿੱਚ ਉਹਦੇ ਤੇ ਕੇਸਿਸ ਰਜਿਸਟਰ ਹੋਏ ਹੈ। ਸਭ ਤੋਂ ਇਹਦੇ 'ਚ ਮਜ਼ੇਦਾਰ ਗੱਲ ਇਹ ਹੈ ਕਿ ਸੁਮੇਧ ਸੈਣੀ ਕਹਿ ਰਿਹਾ ਕੇਸਿਸ CBI ਨੂੰ ਦੇ ਲਓ। ਹੁਣ ਦੇਖੋ, ਇੱਕ ਤੁਹਾਡੇ ਦਰਸ਼ਕਾਂ ਨੂੰ ਵੀ ਇਸ ਚੀਜ਼ ਤੇ ਅਮਲ ਕਰਨਾ ਚਾਹੀਦਾ। ਜੇ ਸੁਮੇਧ ਸੈਣੀ ਪਲੀ ਲੈ ਰਿਹਾ ਕਿ ਉਹਨੂੰ CBI ਤੇ ਫੇਥ ਹੈ, ਲੈਟ ਹਿਮ ਫਾਈਲ ਐਨ ਐਫੀਡੇਵਿਟ ਐਂਡ ਸੇ ਕਿ ਸੁਮੇਧ ਸੈਣੀ ਨੂੰ CBI ਤੇ ਫੇਥ ਹੈ, ਕਿਉਂਕਿ CBI ਤਾਂ ਸੁਮੇਧ ਸੈਣੀ ਨੂੰ ਪ੍ਰੋਸੀਕਿਊਟ ਕਰ ਰਹੀ ਹੈ ਦਿੱਲੀ। ਸੋ ਜੇ CBI ਇੰਨੀ ਫੇਅਰ ਹੈ ਤੇ ਸੁਮੇਧ ਸੈਣੀ ਉਸ ਕੇਸ ਨੂੰ ਕੰਟੈਸਟ ਹੀ ਨਹੀਂ ਕਰ ਸਕਦਾ। ਇਹਦਾ ਮਤਲਬ ਸੁਮੇਧ ਸੈਣੀ ਦੇ ਖਿਲਾਫ ਜੋ ਚਾਰਜ ਸ਼ੀਟ ਆਈ ਹੋਈ ਹੈ ਉਹ ਬਿਲਕੁਲ ਸਹੀ ਹੈ। CBI ਨੇ ਸਹੀ ਕਿਹਾ, ਸੁਮੇਧ ਸੈਣੀ ਨੇ ਉਹਦੇ ਤਾਂ ਕਨਵਿਕਸ਼ਨ ਦੇ ਰਸਤੇ ਖੁੱਲ ਗਏ ਸੁਮੇਧ ਸੈਣੀ ਤੇ। ਸੋ ਉਹ ਹਰ ਕੋਰਟ ਦੇ ਵਿੱਚ ਆਪਣੀ ਪਲੀ ਬਦਲਦਾ। ਦਿੱਲੀ ਉਹ ਕਹਿੰਦਾ ਮੈਨੂੰ CBI ਤੇ ਫੇਥ ਨਹੀਂ ਹੈ, ਪੰਜਾਬ 'ਚ ਆ ਕੇ ਉਹ ਕਹਿੰਦਾ ਮੈਨੂੰ ਪੰਜਾਬ ਪੁਲਿਸ ਤੇ ਫੇਥ ਨਹੀਂ ਹੈ। ਹੁਣ ਜੇ ਅਸੀਂ ਇਹ ਗੱਲ ਕਰੀਏ ਉਹਦੀ ਗ੍ਰਿਫਤਾਰੀ ਦੀ, ਇੱਥੇ ਸਿਰਫ ਗ੍ਰਿਫਤਾਰੀ ਦੀ ਗੱਲ ਨਹੀਂ ਆਉਂਦੀ ਜੀ। ਸੁਮੇਧ ਸੈਣੀ ਦੇ ਇੱਕ ਹੋਰ ਕੇਸ ਦੇ ਵਿੱਚ ਉਹਦਾ ਨਾਂ ਆਉਂਦਾ ਹੈ, ਬੜਾ ਇੱਕ ਇਨਫੇਮਸ ਕੇਸ ਹੈ, ਅਮਨ ਸਕੋਡਾ ਕੇਸ। ਉਹ ਕੇਸ ਦੇ ਵਿੱਚ ਅਜੇ ਤੱਕ ਪਰਚਾ ਨਹੀਂ ਦਰਜ ਹੋਇਆ। ਜੇ ਹੋਇਆ ਵੀ ਹੈ ਤੇ ਉਹਦੀ ਤਫਤੀਸ਼ ਨਹੀਂ ਹੋਈ, ਔਰ ਉਹ ਇੰਨਾ ਕੁ ਵੀਕ ਕਿਸੇ ਹੋਰ ਨੂੰ ਲੈ ਕੇ ਕੀਤਾ ਕਿ ਸੁਮੇਧ ਸੈਣੀ ਤੱਕ ਗੱਲ ਹੀ ਨਾ ਪਹੁੰਚੇ। ਸੋ ਸੁਮੇਧ ਸੈਣੀ ਦੇ ਰੋਲ ਨੂੰ ਲੈ ਕੇ ਪਰਚਾ ਪ੍ਰੈਕਟੀਕਲੀ ਦਰਜ ਨਹੀਂ ਹੋਇਆ। ਸੋ ਜਿੱਥੇ ਇਨਵੈਸਟੀਗੇਸ਼ਨ ਹੀ ਸ਼ੁਰੂ ਨਹੀਂ ਹੋਈ, ਚੀਜ਼ਾਂ ਨੂੰ ਦੱਬਿਆ ਜਾ ਰਿਹਾ, ਔਰ ਜਿਹੜੀਆਂ ਹੋਈਆਂ ਉਹਨਾਂ ਨੂੰ ਇੰਨੇ ਬਾਇਸਡ ਤਰੀਕੇ ਨਾਲ ਕੀਤਾ ਗਿਆ ਕਿ ਸੁਮੇਧ ਸੈਣੀ ਰਿਲੀਫ ਲੈ ਜਾਏ, ਜਾਂ ਸਰਕਾਰੀ ਵਕੀਲ ਨੂੰ ਫੈਕਟਸ ਨਹੀਂ ਪ੍ਰੈਜ਼ੈਂਟ ਕੀਤੇ ਗਏ, ਜਾਂ ਸਰਕਾਰੀ ਵਕੀਲ ਨੇ ਜਦੋਂ ਅੱਗੇ ਰੱਖਿਆ ਤੇ ਉਹ ਐਂਟੀਸੀਡੈਂਟਸ ਨਹੀਂ ਦੱਸੇ, ਵਾਟਐਵਰ ਇਟ ਮੇ ਬੀ, ਐਟ ਦੀ ਐਂਡ ਆਫ ਦੀ ਡੇ ਇੱਕ ਸਰਕਾਰ ਦਾ ਇਨਵੈਸਟੀਗੇਸ਼ਨ ਦੇ ਵਿੱਚ ਲੈਪਸ ਔਰ ਕੇਸ ਨੂੰ ਓਵਰ ਹਾਈਪ ਦਵਾ ਦੇਣਾ ਸੁਮੇਧ ਸੈਣੀ ਨੂੰ ਹੀਰੋ ਬਣਾ ਗਿਆ। ਇੱਕ ਵਿਲਨ ਇੱਕ ਸ਼ੋਅ ਕਰ ਗਿਆ ਕਿ ਵੀ ਮੈਂ ਗਲਤ ਕੰਮ ਕਰਕੇ ਵੀ ਆਈ ਕੈਨ ਗੈਟ ਅਵੇ ਵਿਦ ਇਟ। ਆਨਰੇਬਲ ਸੁਪਰੀਮ ਕੋਰਟ ਦੀ ਜਜਮੈਂਟ ਨੇ ਸਭ ਤੋਂ ਵੱਡਾ ਇਹ ਸੈਟਬੈਕ ਉਹਨੂੰ ਦਿੱਤਾ ਹੈ ਕਿ ਜਿਹੜਾ ਕਾਨੂੰਨ ਦਾ ਇੱਕ ਡਰ ਕ੍ਰੀਏਟ ਕਰਨਾ ਹੈ, ਇੱਕ ਇਨਸਾਫ ਦੇ ਲਈ ਜਿਹੜਾ ਲੋਕਾਂ ਦੇ ਵਿੱਚ ਵਿਸ਼ਵਾਸ ਕ੍ਰੀਏਟ ਹੋਣਾ ਚਾਹੀਦਾ ਹੈ ਕਿ ਵੀ ਵਿਲ ਗੈਟ ਜਸਟਿਸ ਐਟ ਦੀ ਐਂਡ ਆਫ ਦੀ ਡੇ, ਉਹ ਇਨਸ਼ੋਰ ਕਰਨ ਲਈ ਆਨਰੇਬਲ ਸੁਪਰੀਮ ਕੋਰਟ ਦਾ ਜਿਹੜਾ ਰੋਲ ਹੈ, ਜਿਹੜੀ ਆ ਜਜਮੈਂਟ ਆਈ ਹੈ, ਜਿਹੜਾ ਇਹਨਾਂ ਨੇ ਆਰਡਰ ਕੀਤਾ ਕੱਲ, ਉਹਦੀ ਸਭ ਤੋਂ ਵੱਡੀ ਰੈਲੇਵੈਂਸ ਇਹ ਹੈ ਮੈਂ ਜੋ ਫੀਲ ਕਰਦਾ। ਸੁਮੇਧ ਸੈਣੀ ਦਾ ਜੇ ਤੁਸੀਂ
ਕੱਚਾ ਚਿੱਠਾ ਦੇਖੋਗੇ ਇਹਦੇ ਖਿਲਾਫ ਤਾਂ ਕੇਸਿਸ ਇਨਵੈਸਟੀਗੇਟ ਹੋਣੇ ਹੀ ਨਹੀਂ ਸ਼ੁਰੂ ਹੋਏ। ਸੋ ਅਰੈਸਟ ਦੀ ਗੱਲ ਤਾਂ ਬਹੁਤ ਬਾਅਦ ਚ ਆਉਂਦੀ ਹੈ। ਤੁਸੀਂ ਬਾਇਸ ਦੀ ਗੱਲ ਕੀਤੀ, ਤੁਸੀਂ ਬਾਇਸ ਸ਼ਬਦ ਯੂਜ਼ ਕਰ ਰਹੇ ਹੋ। ਬਾਇਸ ਕੌਣ ਹੈ? ਜਿਹੜੇ ਪੁਲਿਸ ਆਫੀਸਰਸ ਨੇ, ਮੌਜੂਦਾ ਪੁਲਿਸ ਬਾਇਸ ਹੈ ਆਪਣੇ ਸਾਬਕਾ ਬੌਸ ਨੂੰ ਲੈ ਕੇ, ਜਾਂ ਪੋਲੀਟੀਕਲ ਜਿਹੜਾ ਸਿਸਟਮ ਹੈ, ਜਿਹੜੇ ਸੀਐਮ ਦੇ ਆਲੇ ਦੁਆਲੇ ਬੰਦੇ ਹੁੰਦੇ ਆ, ਵਕੀਲ, ਕੌਣ ਬਾਇਸ ਹੈ? ਬਾਇਸ ਦੇਖੋ ਜੀ, ਗੱਲ ਇਹ ਹੁੰਦੀ ਹੈ, ਮੈਂ ਇੱਕ ਇੰਡੀਪੈਂਡੈਂਟ ਲਾਇਰ ਹਾਂ। ਮੈਂ ਤਾਂ ਉਹ ਇੱਕ ਲਾਅ ਦਾ ਪ੍ਰਿੰਸੀਪਲ ਹੈ, ਮੈਨ ਮੇ ਲਾਏ ਸਰਕਮਸਟਾਂਸਿਸ ਡੂ ਨਾਟ। ਸੋ ਸਾਨੂੰ ਤਾਂ ਸਰਕਮਸਟੈਂਸ਼ੀਅਲ ਐਵੀਡੈਂਸ ਦੇਖ ਕੇ ਅਸੈਸ ਕਰਨਾ ਹੁੰਦਾ ਹੈ ਕਿ ਕੀ ਹੋਇਆ ਸੀ। ਉਸੇ ਤਰ੍ਹਾਂ ਜੇ ਅਸੀਂ ਸਰਕਮਸਟਾਂਸਿਸ ਦੇਖੀਏ, ਸੁਮੇਧ ਸੈਣੀ ਦੇ ਖਿਲਾਫ ਪਰਚੇ ਨਹੀਂ ਦਰਜ ਹੋਏ। ਜੇ ਦਰਜ ਹੋਏ, ਤਫਤੀਸ਼ ਚੰਗੀ ਨਹੀਂ ਹੋਈ। ਜੇ ਤਫਤੀਸ਼ ਚੰਗੀ ਕਿਤੇ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਇਸ ਤਰ੍ਹਾਂ ਕੀਤੀ ਕਿ ਕੋਰਟ ਵੀ ਕਨਵਿੰਸ ਹੋ ਜਾਏ ਕਿ ਹਾਂ ਇਹ ਤਾਂ ਵੈਂਡੇਟਾ ਹੈ। ਜੇ ਵੈਂਡੇਟਾ ਦੀ ਪਲੀ ਲਈ ਗਈ ਹੈ, ਉਹ ਰਿਬਟ ਨਹੀਂ ਹੋਈ, ਉਹਦੇ ਐਂਟੀਸੀਡੈਂਟਸ ਨਹੀਂ ਦੱਸੇ ਗਏ। ਹੁਣ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਕੰਸੀਡਰ ਕਰੀਏ ਤੇ ਮੈਨੂੰ ਦੱਸੋ, ਇੱਕ ਜਾਣੇ ਦਾ ਰੋਲ ਤਾਂ ਹੈ ਨਹੀਂ। ਹੁਣ ਸੁਮੇਧ ਸੈਣੀ ਜੇ ਐਬਸਕੌਂਡ ਕਰ ਗਿਆ ਸੀ, ਉਹਦੇ ਸਿਕਿਉਰਿਟੀ ਵਾਲਿਆਂ ਨੂੰ ਬੁਲਾ ਕੇ ਪੁੱਛਿਆ ਨਹੀਂ ਗਿਆ ਕਿ ਜੀ ਸੁਮੇਧ ਸੈਣੀ ਬਿਨਾਂ ਸਿਕਿਉਰਿਟੀ ਤੋਂ ਕਿਉਂ ਗਿਆ, ਔਰ ਜੇ ਉਹ ਬਿਨਾਂ ਸਿਕਿਉਰਿਟੀ ਤੋਂ ਗਿਆ, ਉਹਦੀ ਸਿਕਿਉਰਿਟੀ ਵਿਦਡਰਾਅ ਕਿਉਂ ਨਹੀਂ ਕੀਤੀ ਗਈ? ਜਾਂ ਤਾਂ ਹੋਵੇ 4 ਵਾਰੀ ਬੰਦਾ ਭੱਜ ਗਿਆ ਜਾਂ 6 ਵਾਰੀ ਭੱਜ ਗਿਆ, ਉਸ ਤੋਂ ਬਾਅਦ ਵੀ ਤੁਸੀਂ ਉਹਦੀ ਸਿਕਿਉਰਿਟੀ ਵਿਦਡਰਾਅ ਨਹੀਂ ਕਰਦੇ, ਤੁਸੀਂ ਉਹਦੀ ਸਿਕਿਉਰਿਟੀ ਰਿਵਿਊ ਨਹੀਂ ਕਰਦੇ। ਬੜੀ ਹੈਰਾਨੀ ਦੀ ਗੱਲ ਹੈ। ਇਸ ਤੋਂ ਬਾਅਦ ਅਸੀਂ ਕਿਹੜੇ ਬਾਇਸ ਨੂੰ ਲੈ ਕੇ ਸਾਨੂੰ ਡਾਊਟ ਹੈ? ਦੈਟ ਮੀਨਸ ਪੰਜਾਬ ਪੁਲਿਸ ਦੇ ਆਫੀਸਰਸ ਵੀ ਰਲੇ ਹੋਏ ਸੀ ਔਰ ਦੂਜੇ ਲੋਕ ਵੀ ਰਲੇ ਹੋਏ ਸੀ। ਹੁਣ ਕੌਣ ਹੈ ਉਹ ਤਾਂ ਓਬਵੀਅਸਲੀ ਵਿਦ ਟਾਈਮ ਇਟ ਵਿਲ ਕਮ ਆਊਟ। ਮਤਲਬ ਕਿ ਵੀ ਉਹ ਇੱਕ ਡੀਜੀਪੀ ਰਹਿ ਚੁੱਕਿਆ, ਤਾਂ ਜਿੰਨੇ ਵੀ ਲਾਅ ਦੇ ਗੈਪਸ ਹੁੰਦੇ ਆ ਉਹਨੂੰ ਪੂਰਾ ਐਕਸਪਲੋਇਟ ਕਰ ਰਿਹਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ, ਤੇ ਜਿਸ ਕਰਕੇ ਉਹਨੂੰ ਰਿਲੀਫ ਮਿਲਦਾ ਰਿਹਾ ਟਾਈਮ ਟੂ ਟਾਈਮ। ਸਰ, ਉਹ ਐਕਸਪਲੋਇਟ ਨਹੀਂ ਕਰ ਰਿਹਾ, ਉਹਦੀ ਹੈਸੀਅਤ ਉਨੀ ਨਹੀਂ ਹੈ ਕਿ ਉਹ ਆਪ ਐਕਸਪਲੋਇਟ ਕਰ ਲਵੇ। ਉਹਨੂੰ ਬਚਾਉਣ ਲਈ ਆਫੀਸਰਸ ਉਹਦੇ ਨਾਲ ਹੈਗੇ ਹੈ। ਹੁਣ ਉਹ ਕਿਹੜੇ ਆਫੀਸਰਸ ਨੇ, ਕਿਸ ਤਰ੍ਹਾਂ ਉਹਦੀ ਹੈਲਪ ਕਰ ਰਹੇ ਹੈ, ਉਹ ਤਾਂ ਇਹਨਾਂ ਕੇਸਿਸ ਦੀ ਇਨਵੈਸਟੀਗੇਸ਼ਨ 'ਚ ਪਤਾ ਲੱਗ ਰਿਹਾ। ਹੁਣ ਅਮਨ ਸਕੌਡਾ ਕੇਸ ਦੀ ਜਿਵੇਂ ਮੈਂ ਐਗਜ਼ਾਮਪਲ ਦਿੱਤੀ ਹੈ, ਜੇ ਤੁਸੀਂ ਉਸ ਚੀਜ਼ ਨੂੰ ਦੇਖੋ, ਇੱਕ FIR ਮੈਂਡੇਟਰੀ ਹੈ ਆਫੈਂਸ ਜਦੋਂ ਕੋਈ ਕਮਿਟ ਹੋਇਆ ਹੈ, ਕੋਗਨੀਜ਼ੇਬਲ ਆਫੈਂਸ। ਇੰਨਾ ਕੁਝ ਲਾਈਮਲਾਈਟ 'ਚ ਆ ਗਿਆ, ਉਸ ਤੋਂ ਬਾਅਦ ਵੀ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ? ਉਹ ਤਾਂ ਪੰਜਾਬ ਪੁਲਿਸ ਨੇ ਕਰਨਾ। ਐਨੀ DGP ਜਿਹੜੇ ਉਸ ਵੇਲੇ ਰਹੇ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸੈਣੀ ਨੇ ਆਹ ਕੀਤਾ ਹੈ। ਸੁਮੇਧ ਸੈਣੀ ਦੀ ਕਰਪਸ਼ਨ ਦਾ ਨਹੀਂ ਪਤਾ। ਜੇ ਉਹ ਕਰਪਸ਼ਨ ਹੋਈ ਹੈ, ਉਹਦੇ ਕੇਸ ਦੀ ਇਨਵੈਸਟੀਗੇਸ਼ਨ ਦਾ ਕੀ ਸਟੇਜ ਹੈ? ਇਹਨਾਂ ਚੀਜ਼ਾਂ ਤੋਂ ਐਵੀਡੈਂਟ ਹੈ ਕਿ ਦੇਰ ਆਰ ਆਫੀਸਰਸ ਜਿਨ੍ਹਾਂ ਦੀ ਸੁਮੇਧ ਸੈਣੀ ਨਾਲ ਲਾਇਲਟੀ ਹੈ, ਔਰ ਪ੍ਰੋਬੇਬਲੀ ਉਹ ਸੁਮੇਧ ਸੈਣੀ ਵਰਗੇ ਇੱਕ ਕ੍ਰਿਮੀਨਲ ਇਨ ਯੂਨੀਫਾਰਮ ਤੋਂ ਇਨਸਪਾਇਰ ਹੋ ਰੱਖੇ। ਉਹਨਾਂ ਨੂੰ ਇਹ ਸਮਝ ਆਉਂਦੀ ਹੈ ਕਿ ਇਸ ਰਾਹ ਨੂੰ ਫੜ ਕੇ, ਗਲਤ ਰਾਹ ਨੂੰ ਫੜ ਕੇ, ਤਸ਼ੱਦਦ ਕਰਕੇ ਯੂ ਕੈਨ ਗੈਟ ਅਵੇ। ਇਸ ਕਰਕੇ ਉਹ ਸੁਮੇਧ ਸੈਣੀ ਨੂੰ ਆਪਣਾ ਹੀਰੋ ਮੰਨਦੇ ਹੋਏ ਉਹਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੈ, ਜਿਸ ਕਰਕੇ ਸੁਮੇਧ ਸੈਣੀ ਦੀ ਉਹ ਹੈਲਪ ਕਰ ਰਹੇ। ਅਦਰਵਾਈਜ਼ ਸੁਮੇਧ ਸੈਣੀ ਦੇ ਆਪਦੇ ਉਹ ਚੀਜ਼ ਦੇ ਵਿੱਚ ਕੋਈ ਕਨੈਕਸ਼ਨਸ ਨਹੀਂ ਹੈ। ਥੀਸ ਆਰ ਅ ਗਰੁੱਪ ਆਫ ਆਫੀਸਰਸ ਔਰ ਪੀਪਲ ਹੂ ਆਰ ਜਸਟ probably considering him a hero and following him. ਵਿਕ ਸਾਹਿਬ, ਜਿਹੜੀ ਇਹ ਜੱਜਮੈਂਟ ਆਈ ਹੈ ਜਾਂ ਇੱਕ ਤਰ੍ਹਾਂ ਟਿੱਪਣੀਆਂ ਆਈਆਂ ਸੁਪਰੀਮ ਕੋਰਟ ਵੱਲੋਂ, ਇਹਦਾ ਅਗਲੇ ਕੇਸਾਂ 'ਤੇ ਕਿੰਨਾ ਕੁ ਪ੍ਰਭਾਵ ਰਹੂਗਾ, ਚਾਹੇ ਉਹ ਸੁਮੇਧ ਸਿੰਘ ਸੈਣੀ ਦੇ ਕੇਸ ਹੀ ਹੋਣ ਜਾਂ ਕੋਈ ਹੋਰ ਵੀ ਕੇਸ ਹੋਣ? ਉਹ ਕਹਿ ਪਾਉਣਾ ਔਖਾ ਹੈ। ਉਹਦਾ ਕਾਰਨ ਕੀ ਹੁੰਦਾ ਹੈ ਕਿ ਅਜੇ ਆਰਡਰ ਦੇ ਵਿੱਚ ਉਹਨਾਂ ਨੇ ਜੋ ਲਿਖਿਆ ਹੈ ਉਹ ਕੀ ਡਾਇਰੈਕਸ਼ਨ ਹੈ। ਦੂਜੀ ਗੱਲ, ਜਿਹੜੇ ਜੱਜ ਸਾਹਿਬ ਕੋਲ ਹੁਣ ਆਰਗਿਊ ਹੁੰਦਾ, ਉੱਥੇ ਸਰਕਾਰ ਕਿਵੇਂ ਕੇਸ ਪ੍ਰੈਜ਼ੈਂਟ ਕਰਦੀ ਹੈ, ਕੀ ਫੈਕਟਸ ਦਿੰਦੀ ਹੈ। ਹੁਣ ਮੰਨ ਲਓ ਐਂਟੀਸੀਡੈਂਟਸ ਫੇਰ ਨਹੀਂ ਉਹਦੇ ਦੱਸੇ ਜਾਂਦੇ, ਤੇ ਕੋਰਟ ਆਪਦੇ ਵੱਲੋਂ ਤਾਂ ਐਂਟੀਸੀਡੈਂਟਸ ਲਿਖੂਗੀ ਨਹੀਂ। ਸੋ ਉਹਨਾਂ ਚੀਜ਼ਾਂ ਦੇ ਉੱਤੇ ਆਰਗੂਮੈਂਟਸ ਕਿਵੇਂ ਪ੍ਰੈਜ਼ੈਂਟ ਹੁੰਦੇ ਹੈ, ਬੈਂਚ ਦਾ ਕੀ ਓਪੀਨੀਅਨ ਬਣਦਾ ਹੈ, ਉਹਨਾਂ ਚੀਜ਼ਾਂ ਤੇ ਡਿਪੈਂਡ ਕਰੂਗਾ। ਪ੍ਰਦੀਪ ਜੀ, ਪ੍ਰੋ ਪੰਜਾਬ ਟੀਵੀ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਤਾਂ ਇਸੇ ਕੇ ਸਾਡੇ ਨਾਲ ਐਡਵੋਕੇਟ ਤੇ ਕਾਨੂੰਨੀ ਮਾਹਿਰ ਪ੍ਰਦੀਪ ਵਿਰਕ ਜੀ, ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਸੁਪਰੀਮ ਕੋਰਟ ਵੱਲੋਂ ਟਿੱਪਣੀਆਂ ਆਈਆਂ ਨੇ ਸੁਮੇਧ ਸਿੰਘ ਸੈਣੀ ਦੀ ਬਲੈਂਕਟ ਬੇਲ ਨੂੰ ਲੈ ਕੇ, ਉਹਦੇ ਕੀ ਮਾਇਨੇ ਹੈ, ਕਿੰਨਾ ਕੁ ਵੱਡਾ ਝਟਕਾ ਹੈ ਸੁਮੇਧ ਸਿੰਘ ਸੈਣੀ ਵਾਸਤੇ, ਤੇ ਪੰਜਾਬ ਸਰਕਾਰ ਦਾ ਇਹ ਪੂਰੇ ਮਾਮਲੇ 'ਚ ਕੀ ਰੋਲ ਰਿਹਾ ਹੈ। ਉਹਨਾਂ ਨੇ ਬਹੁਤ ਵੱਡੇ ਸਵਾਲ ਵੀ ਖੜੇ ਕੀਤੇ ਆ ਪੰਜਾਬ ਸਰਕਾਰ ਦੇ ਰੋਲ ਨੂੰ ਲੈ ਕੇ। ਚੰਡੀਗੜ੍ਹ ਤੋਂ ਕੈਮਰਾਮੈਨ ਵਿੱਕੀ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।